ਮਾਨੋਚਾਲ ਜੀ ਦਾ ਜਨਮ ਪਿਤਾ ਸਰਦਾਰ ਆਤਮਾ ਸਿੰਘ ਦੇ ਘਰ ਤੇ ਮਾਤਾ ਗੁਰਮੇਜ ਕੌਰ ਦੀ ਕੁੱਖੋਂ ਸਨ 1954 ਦੇ ਵਿੱਚ ਪਿੰਡ ਮਾਨੋਚਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਬਾਬਾ ਜੀ ਦੇ ਭੈਣ ਤੇ ਭਰਾਵਾਂ ਦੇ ਵਿੱਚ ਭੈਣ ਬਲਜੀਤ ਕੌਰ ਤੇ ਭਰਾ ਸ਼ਹੀਦ ਨਰਵੈਰ ਸਿੰਘ, ਤ੍ਰਿਲੋਚਨ ਸਿੰਘ ਤੇ ਨਰਿੰਦਰ ਸਿੰਘ ਸਨ। ਬਾਬਾ ਮਾਨੋਚਾਲ ਜੀ ਨੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਮਾਨੋਚਾਲ ਹੀ ਪ੍ਰਾਪਤ ਕੀਤੀ ਤੇ ਬਾਬਾ ਜੀ ਬਚਪਨ ਤੋਂ ਹੀ ਗੁਰਮੁਖਤਾਈ ਦੇ ਗੁਣਾਂ ਦੇ ਧਾਰਨੀ ਸਨ ਤੇ ਛੋਟੇ ਹੁੰਦਿਆਂ ਹੀ ਜੰਗੀ ਜਜ਼ਬੇ ਵਾਲੇ ਗੁਰਸਿੱਖ ਸਨ, ਜਿਸ ਕਰਕੇ ਨਾਲ ਦੇ ਸਾਥੀਆਂ ਤੇ ਪਿੰਡ ਵਾਲਿਆਂ ਵੱਲੋਂ ਬਾਬਾ ਸ਼ਬਦ ਬਾਬਾ ਜੀ ਦੇ ਨਾਮ ਦੇ ਅੱਗੇ ਲਗਾਇਆ ਜਾਂਦਾ ਸੀ। ਸਨ 1976-77 ਵਿੱਚ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਥੇ ਵਿੱਚ ਸ਼ਾਮਲ ਹੋ ਗਏ ਤੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਰਹਿਨਮਾਈ ਹੇਠ ਰਹਿੰਦਿਆਂ ਗੁਰਬਾਣੀ ਦੀ ਸੰਥਿਆ ਬਾਬਾ ਮਾਨੋਚਾਲ ਜੀ ਨੇ ਪ੍ਰਾਪਤ ਕੀਤੀ ਤੇ ਗੁਰਬਾਣੀ ਸੰਥਿਆ ਤੇ ਕਥਾ ਸਿੱਖਣ ਤੋਂ ਬਾਅਦ ਬਾਬਾ ਮਾਨੋਚਾਲ ਜੀ ਇੱਕ ਚੰਗੇ ਕਥਾਵਾਚਕ ਬਣ ਗਏ ਤੇ ਇਸ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਫੌਜ ਦੇ ਵਿੱਚ ਭਰਤੀ ਹੋ ਗਏ ਤੇ ਜਿਵੇਂ ਪਿੱਛੇ ਦੱਸਿਆ ਗਿਆ ਹੈ ਕਿ ਬਾਬਾ ਮਾਨੋਚਾਲ ਜੀ ਜੰਗੀ ਸੁਭਾਅ ਵਾਲੇ ਸਨ ਤੇ ਫੌਜ ਦੇ ਵਿੱਚ ਸਿੱਖ ਰਹੂ ਰੀਤੀਆਂ ਦੇ ਆਧਾਰ ਤੇ ਅਫਸਰ ਦੇ ਨਾਲ ਬਾਬਾ ਜੀ ਦੀ ਬਹਿਸ ਹੋ ਜਾਂਦੀ ਹੈ ਤੇ ਜਦੋਂ ਅਫਸਰ ਬਾਹਲਾ ਹੀ ਅਵਾ ਤਵਾ ਬੋਲਣ ਲੱਗਾ ਤਾਂ ਬਾਬਾ ਜੀ ਵੱਲੋਂ ਅਫਸਰ ਦੀ ਗਿੱਦੜ ਕੁੱਟ ਹੋ ਗਈ ਤੇ ਅਫਸਰ ਨੂੰ ਪ੍ਰਸ਼ਾਦ ਪਾਣੀ ਦੇਣ ਤੋਂ ਬਾਅਦ ਬਾਬਾ ਮਾਨੋਚਾਲ ਜੀ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਤੇ ਘਰੇ ਵਾਪਸ ਆ ਗਏ ਤੇ ਕਾਰਿਆ ਕੇ ਫਿਰ ਤੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਚਲੇ ਗਏ ਤੇ ਸੰਤ ਕਰਤਾਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਮਾਨੋਚਾਲ ਦੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਕਾਫੀ ਨਜ਼ਦੀਕੀ ਸਿੰਘਾਂ ਦੇ ਵਿੱਚ ਆ ਗਏ ਤੇ ਸਮਾਂ ਬੀਤਿਆ ਤੇ ਦਿਨ 13 ਅਪ੍ਰੈਲ 1978 ਦਾ ਆਇਆ। ਸਰਕਾਰੀ ਸ਼ਹਿ ਤੇ ਨਰਕਧਾਰੀਆਂ ਵੱਲੋਂ ਕੀਤੇ ਗਏ ਕਤਲੇਆਮ ਜਿਸ ਵਿੱਚ ਉਸ ਸਮੇਂ 13 ਸਿੰਘ ਸ਼ਹੀਦ ਹੋਏ ਸਨ ਤੇ ਬਾਕੀ 150 ਦੇ ਕਰੀਬ ਸਿੰਘ ਸਖਤ ਜ਼ਖਮੀ ਵੀ ਹੋਏ ਸਨ। ਉਹਨਾਂ ਸਿੰਘਾਂ ਦੀ ਕਤਾਰ ਦੇ ਵਿੱਚ ਬਾਬਾ ਮਾਨੋਚਾਲ ਜੀ ਵੀ ਇੱਕ ਸਨ। 9 ਸਤੰਬਰ 1981 ਨੂੰ ਸਿੱਖਾਂ ਦੇ ਕੱਟੜ ਵਿਰੋਧੀ ਲਾਲੇ ਜਗਤ ਨਾਰਾਇਣ ਨੂੰ ਸਿੰਘਾਂ ਨੇ ਨਰਕ ਦੀ ਪੱਕੀ ਟਿੱਟ ਕੱਟ ਕੇ ਦਿੱਤੀ, ਜਿਸ ਦਾ ਕਤਲ ਭਾਈ ਨਛੱਤਰ ਸਿੰਘ ਰੋਡੇ ਤੇ ਭਾਈ ਸਰਵਣ ਸਿੰਘ ਨੇ ਕੀਤਾ ਸੀ। ਪਰ ਇਸ ਕਤਲ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਵਾਰੰਟ ਜਾਰੀ ਕੀਤੇ ਗਏ ਤੇ ਇਨੀ ਦਿਨੀ ਸੰਤ ਜੀ ਹਰਿਆਣਾ ਦੇ ਚੰਦੋ ਕਲਾਂ ਪਿੰਡ ਵਿੱਚ ਧਰਮ ਪ੍ਰਚਾਰ ਲਈ ਗਏ ਹੋਏ ਸਨ। ਸਰਕਾਰ ਨੇ ਉਸ ਸਮੇਂ ਸੰਤਾਂ ਦਾ ਮੁੱਠ ਪੇੜ ਮੁਕਾਬਲਾ ਬਣਾਉਣ ਦੀ ਸਕੀਮ ਬਣਾਈ ਤੇ ਚੰਦੋ ਕਲਾਂ ਨੂੰ ਭਾਰੀ ਪੁਲਿਸ ਕਰਮਚਾਰੀਆਂ ਦੇ ਬਲ ਨੇ ਘੇਰਾ ਪਾ ਲਿਆ, ਜਿਸ ਦੀ ਖਬਰ ਮਹਾਪੁਰਖਾਂ ਨੂੰ ਪਹਿਲਾਂ ਹੀ ਮਿਲ ਗਈ ਸੀ। 10 ਸਤੰਬਰ ਨੂੰ 1981 ਦੀ ਰਾਤ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਚੰਦੋ ਕਲਾਂ ਦੇ ਵਿੱਚ ਆਪਣੀ ਲੋਈ ਤੇ ਆਪਣੀ ਗਾਤਰੇ ਵਾਲੀ ਸ਼੍ਰੀ ਸਾਹਿਬ ਬਾਬਾ ਮਾਨੋਚਾਲ ਜੀ ਨੂੰ ਦੇਖ ਕੇ ਆਪਣੇ ਆਸਣ ਉੱਪਰ ਬਿਠਾ ਕੇ ਚੁੱਪ ਚਪੀਤੇ 30,000 ਦੇ ਘੇਰੇ ਵਿੱਚੋਂ ਬਚ ਕੇ ਨਿਕਲ ਗਏ ਅਤੇ ਮੈਂ ਤੇ ਪਹੁੰਚ ਗਏ ਚੰਦੋ ਕਲਾਂ ਵਿੱਚ। ਪੁਲਿਸ ਦੀ ਅਗਵਾਈ ਡੀਆਰ ਭੱਟੀ ਕਰ ਰਿਹਾ ਸੀ। ਉਸਨੇ ਪਹਿਲਾਂ ਹੀ ਚੰਦੋ ਕਲਾਂ ਦੇ ਵਿੱਚ ਸੰਤਾਂ ਤੇ ਨਿਗਾਹ ਰੱਖਣ ਲਈ CID ਦੀ ਡਿਊਟੀ ਲਗਾਈ ਹੋਈ ਸੀ। ਉਧਰ ਦਮਦਮੀ ਟਕਸਾਲ ਦੇ ਸਿੰਘਾਂ ਨੇ ਸੰਤਾਂ ਦਾ ਚੰਦੋ ਕਲਾਂ ਤੋਂ ਨਿਕਲਣ ਦਾ ਭੇਦ ਨਹੀਂ ਖੁੱਲਣ ਦਿੱਤਾ। ਦਮਦਮੀ ਟਕਸਾਲ ਦੇ ਸਿੰਘ ਸਮਾਗਮ ਵਿੱਚ ਕਥਾ ਤੇ ਕੀਰਤਨ ਦਾ ਪ੍ਰਵਾਹ ਚਲਾ ਰਹੇ ਸਨ ਤੇ ਸੰਤਾਂ ਦੀ ਸਿਹਤ ਢਿੱਲੀ ਹੋਣ ਦਾ ਬਹਾਨਾ ਲਾ ਕੇ ਤੇ ਦਵਾਈ ਦੇਣ ਦਾ ਵਿਖਾਵਾ ਕਰ ਰਹੇ ਸਨ, ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਇਹ ਸਭ ਕੁਝ ਜਾਇਜ਼ ਹੁੰਦਾ ਹੈ। ਤੇ ਸਿੰਘ ਉਸ ਸਮੇਂ ਸੰਤ ਜੀ ਦੇ ਆਸਣ ਤੇ ਬਾਬਾ ਮਾਨੋਚਾਲ ਜੀ ਦੀਆਂ ਲੱਤਾਂ ਕੁੱਟ ਰਹੇ ਸਨ ਤੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਬਾਬਾ ਜਰਨੈਲ ਸਿੰਘ ਜੀ ਦੀ ਲੋਈ ਉੱਪਰ ਲੈ ਕੇ ਪਏ ਹੋਏ ਸਨ। ਤੇ ਜਦ 12 ਸਤੰਬਰ ਨੂੰ ਪੁਲਿਸ ਵੱਲੋਂ ਸੰਤਾਂ ਦੇ ਆਸਣ ਦੀ ਤਲਾਸ਼ੀ ਹੋਈ ਤਾਂ ਅੱਗਿਓਂ ਸੰਤਾਂ ਦੀ ਜਗ੍ਹਾ ਬਾਬਾ ਮਾਨੋਚਾਲ ਜੀ ਨਿਕਲੇ। ਇਹ ਦੇਖ ਕੇ ਪੁਲਿਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਬਾਬਾ ਜਰਨੈਲ ਸਿੰਘ ਜੀ ਦੇ ਨਿਕਟਵਰਤੀ ਸਿੰਘਾਂ ਵਿੱਚੋਂ ਇੱਕ ਸਨ ਤੇ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਹੀ ਹਰ ਪ੍ਰਕਾਰ ਦੀ ਪੰਥ ਬਦਲੀ ਸੇਵਾ ਕਰ ਰਹੇ ਸਨ। ਬਾਬਾ ਮਾਨੋਚਾਲ ਨੇ ਕਦੇ ਆਪਣੇ ਨਾਮ ਦਾ ਪ੍ਰਗਟਾਵਾ ਲੋਕਾਂ ਦੇ ਵਿੱਚ ਨਹੀਂ ਸੀ ਕੀਤਾ, ਹਮੇਸ਼ਾ ਸੰਤਾਂ ਦਾ ਨਾਮ ਹੀ ਅੱਗੇ ਰੱਖਦੇ ਤੇ ਇਸ ਸਮੇਂ ਤੱਕ ਬਾਬਾ ਮਾਨੋਚਾਲ ਜੀ ਗੁਪਤ ਰੂਪ ਦੇ ਵਿੱਚ ਖਾੜਕੂ ਕਾਰਵਾਈਆਂ ਕਰਦੇ ਰਹੇ। ਧਰਮ ਯੁੱਧ ਮੋਰਚੇ ਦੌਰਾਨ ਬਾਬਾ ਮਾਨੋਚਾਲ ਦਾ ਸਾਰਾ ਨਾਨਕਾ ਪਰਿਵਾਰ ਪ੍ਰਦੇਸ਼ ਚਲਿਆ ਗਿਆ ਸੀ, ਜਿਸ ਕਾਰਨ ਬਾਬਾ ਜੀ ਤੇ ਬਾਬਾ ਜੀ ਦਾ ਸਾਰਾ ਪਰਿਵਾਰ ਪਿੰਡ ਨੁਸ਼ਹਿਰਾ ਪੂਨੀਆਂ ਵਿਖੇ ਆ ਗਿਆ ਤੇ ਨਾਨਕਿਆਂ ਦੀ ਜ਼ਮੀਨ ਉੱਪਰ ਬਾਹੀ ਖੇਤੀ ਕਰਨ ਲੱਗੇ। ਪਿਤਾ ਸਰਦਾਰ ਆਤਮਾ ਸਿੰਘ ਨੇ ਨੁਸ਼ਹਿਰਾ ਪੂਨੀਆਂ ਵਿਖੇ
ਥਾਂ ਮੁੱਲ ਲੈ ਕੇ ਨਵਾਂ ਮਕਾਨ ਵੀ ਬਣਾ ਲਿਆ ਸੀ। ਪਰ ਫਿਰ ਵੀ ਬਾਬਾ ਗੁਰਬਚਨ ਸਿੰਘ ਜੀ ਦਾ ਨਾਮ ਮਾਨੋ ਚਾਲ ਕਰਕੇ ਹੀ ਵੱਜਦਾ ਰਿਹਾ। ਸੰਤ ਜਰਨੈਲ ਸਿੰਘ ਜੀ ਨੇ ਬਾਬਾ ਗੁਰਬਚਨ ਸਿੰਘ ਨੂੰ ਕਿਹਾ ਸੀ, ਬਾਬਾ ਜੀ ਤੁਹਾਡੇ ਕੋਲੋਂ ਅਸੀਂ ਬਹੁਤ ਸੇਵਾ ਲੈਣੀ ਹੈ। ਹੁਣ ਘਰੇ ਜਾਵੋ, ਕੰਮਕਾਰ ਕਰੋ ਤੇ ਨਾਮ ਜਪੋ। ਜਦ ਅਸੀਂ ਯਾਦ ਕਰਾਂਗੇ ਉਸ ਸਮੇਂ ਸਾਡੇ ਕੋਲ ਆਉਣਾ ਹੈ। ਬਾਬਾ ਗੁਰਬਚਨ ਸਿੰਘ ਜੀ ਦੀ ਜ਼ਿੰਦਗੀ ਨੇ ਉਸ ਸਮੇਂ ਇੱਕ ਵੱਖਰਾ ਰੁਖ ਅਪਣਾਇਆ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਸਿੰਘ ਸ਼ਹੀਦ ਹੋ ਗਏ। ਉਸ ਸਮੇਂ ਮੈਂ ਤੇ ਸ਼ਹੀਦੀ ਸਮਾਗਮ ਕੀਤਾ ਗਿਆ, ਜਿਸ ਸ਼ਹੀਦੀ ਸਮਾਗਮ ਵਿੱਚ ਪੰਥ ਦਾ ਹਰ ਇੱਕ ਜੁਝਾਰੂ ਮੋਤਵਾਰ ਸਿੰਘ ਪਹਿਲੀ ਵਾਰ ਇੱਕੋ ਸਮੇਂ ਇੱਕੋ ਇਕੱਠ ਦੇ ਵਿੱਚ ਸ਼ਾਮਲ ਹੋਇਆ ਸੀ, ਜਿਸ ਦਾ ਸਿਹਰਾ ਬਾਬਾ ਮਾਨੋਚਾਲ ਦੇ ਸਿਰ ਤੇ ਬਾਬਾ ਠਾਕੁਰ ਸਿੰਘ ਜੀ ਪਿੰਡਰਾਂ ਵਾਲਿਆਂ ਤੇ ਸੁਖਦੇਵ ਸਿੰਘ ਦੇ ਸਿਰ ਤੇ ਜਾਂਦਾ ਹੈ। ਇਸ ਇਕੱਠ ਵਿੱਚ ਹੀ ਜੁਝਾਰੂ ਸਿੰਘਾਂ ਨੇ ਆਪਣੀ ਅਗਲੀ ਰਣਨੀਤੀ ਬਣਾਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ ਬਾਰੇ ਯੋਜਨਾ ਬਣਾਈ। ਇਸ ਤੋਂ ਬਾਅਦ 26 ਜਨਵਰੀ 1986 ਨੂੰ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਇਕੱਤਰ ਹੋਇਆ, ਜਿਸ ਵਿੱਚ ਦਮਦਮੀ ਟਕਸਾਲ ਵੱਲੋਂ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਉੱਥੇ ਮੌਜੂਦ ਸਿੰਘਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਹੀ 5 ਮੈਂਬਰੀ ਕਮੇਟੀ ਦਾ ਐਲਾਨ ਹੋਇਆ ਕਿ ਸਿੱਖ ਮਸਲਿਆਂ ਨੂੰ ਹੱਲ ਕਰਨ ਵਾਸਤੇ ਕਿਸ ਤਰ੍ਹਾਂ ਯੋਗਦਾਨ ਪਾਇਆ ਜਾਵੇ, ਜਿਸ ਵਿੱਚ ਬਾਬਾ ਜੀ ਵੀ ਚੁਣੇ ਗਏ ਸਨ। ਤੇ ਇਸ 5 ਮੈਂਬਰੀ ਕਮੇਟੀ ਨੇ ਹੀ ਸਨ 1986 ਵਿੱਚ ਪ੍ਰੈਸ ਸੱਦ ਕੇ ਖੁੱਲੇ ਤੌਰ ਤੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਖਾਲਸਾ ਰਾਜ ਪ੍ਰਾਪਤ ਕਰਨ ਦਾ ਐਲਾਨ ਕਰ ਦਿਓ ਤੇ ਅਖਬਾਰਾਂ ਦੇ ਵਿੱਚ ਖਾਲਸਾ ਰਾਜ ਪ੍ਰਾਪਤ ਕਰਨ ਦਾ ਪੱਤਰਕਾਰਾਂ ਵੱਲੋਂ ਐਲਾਨ ਕੀਤਾ ਗਿਆ। ਤੇ 5 ਮੈਂਬਰੀ ਕਮੇਟੀ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ ਹੀ ਬਾਬਾ ਜੀ ਨੇ ਭਿੰਡਰਾਂਵਾਲਾ ਟਾਈਗਰ ਫੋਰਸ ਦੀ ਸਥਾਪਨਾ ਵੀ ਕੀਤੀ, ਜਿਸ ਦਾ ਮਿਸ਼ਨ ਹਿੰਦੁਸਤਾਨ ਸੁਰੱਖਿਆ ਫੋਰਸਾਂ ਦੇ ਨਾਲ ਸਿੱਧੇ ਤੌਰ ਤੇ ਲੋਹਾ ਲੈਣਾ ਤੇ ਗੁਰੀਲਾ ਯੁੱਧ ਨੀਤੀ ਦੇ ਆਧਾਰ ਤੇ ਖਾਲਸਾ ਰਾਜ ਪ੍ਰਾਪਤ ਕਰਨ ਲਈ ਸਿੱਖ ਜੱਦੋ ਜਹਿਦ ਨੂੰ ਤੇਜ਼ ਕਰਨਾ ਸੀ। ਬਸ ਫਿਰ ਕੀ ਸੀ, ਇਸ ਜਥੇਬੰਦੀ ਨੂੰ ਸਥਾਪਿਤ ਕਰਨ ਪਿੱਛੋਂ ਬਾਬਾ ਮਾਨੋਚਾਲ ਜੀ ਦਲੇਰਾਨਾ ਕਾਰਵਾਈਆਂ ਕਰਨ ਲੱਗੇ ਤੇ ਬਾਬਾ ਜੀ ਦੀ ਹੀ ਅਗਵਾਈ ਹੇਠ ਵੱਡੇ ਵੱਡੇ ਜੁਝਾਰੂ ਯੋਧੇ ਲੜੇ ਸਨ, ਜਿਸ ਤਰ੍ਹਾਂ ਭਾਈ ਕਾਰ ਸਿੰਘ ਥਾਂਦੇ, ਭਾਈ ਸੁਰਜੀਤ ਸਿੰਘ ਪੈਂਟਾ ਵਰਗੇ ਹੋਰ ਬਹੁਤ ਇਨਾਮੀ ਸੂਰਬੀਰ ਯੋਧੇ। ਤੇ ਦੱਸਿਆ ਜਾਂਦਾ ਹੈ ਕਿ ਸਨ 1985 ਤੱਕ ਬਾਬਾ ਮਾਨੋਚਾਲ ਜੀ ਦਾ ਨਾਮ ਕਿਧਰੇ ਵੀ ਨਹੀਂ ਲਿਆ ਜਾਂਦਾ ਸੀ, ਪਰ 1985 ਦੇ ਅਖੀਰ ਵਿੱਚ ਪਿੰਡ ਮਾਨੋਚਾਲ ਦੀ ਬੰਬੀ ਤੇ ਹੋਏ ਮੁਕਾਬਲੇ ਤੋਂ ਬਾਅਦ ਬਾਬਾ ਜੀ ਦਾ ਨਾਮ ਪਹਿਲੀ ਕਤਾਰ ਦੇ ਸਿੰਘਾਂ ਵਿੱਚ ਲਿਆ ਜਾਣ ਲੱਗਾ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਦੇ ਨਾਲ ਲੋਕਣ ਮੀਚੀ ਚੱਲਦੀ ਰਹੀ। ਕਦੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਜੁਝਾਰੂ ਸਿੰਘ ਅਚਨਚੇਤ ਅਸਮਾਨੀ ਬਿਜਲੀ ਵਾਂਗ ਸੁਰੱਖਿਆ ਬਲਾਂ ਤੇ ਹਮਲਾ ਕਰਦੇ ਤੇ ਲਾਸ਼ਾਂ ਵਿਛਾ ਦਿੰਦੇ, ਤੇ ਕਦੇ ਸੁਰੱਖਿਆ ਫੋਰਸਾਂ ਹਜ਼ਾਰਾਂ ਦੀਆਂ ਗਿਣਤੀਆਂ ਵਿੱਚ ਬਾਬਾ ਗੁਰਬਚਨ ਸਿੰਘ ਦੇ ਗੁਪਤ ਟਿਕਾਣਿਆਂ ਨੂੰ ਆ ਘੇਰਦੀਆਂ, ਜਿੱਥੇ ਜ਼ਬਰਦਸਤ ਮੁਕਾਬਲੇ ਹੁੰਦੇ। ਅਗਲੇ ਦਿਨ ਬਾਬਾ ਗੁਰਬਚਨ ਸਿੰਘ ਦੀਆਂ ਘੇਰਾ ਤੋੜ ਜਾਣ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਛਪਦੀਆਂ ਹੀ ਰਹਿੰਦੀਆਂ। ਇੱਕ ਵਾਰ ਬਾਬਾ ਜੀ ਦੇ ਪਿੰਡ ਰਟੋਲ ਵਿਖੇ ਬਹੁਤ ਭਾਰੀ ਮੁਕਾਬਲਾ ਹੋਇਆ ਸੀ, ਜਿਸ ਵਿੱਚ ਕਾਫੀ ਸੁਰੱਖਿਆ ਫੋਰਸਾਂ ਦੇ ਜਵਾਨ ਮਾਰੇ ਗਏ ਸਨ ਤੇ ਜਿਸ ਦੇ ਵਿੱਚ DIG ਬਾਰਡਰ ਰੇਂਜ ਅਜੀਤ ਸਿੰਘ ਮਾਰਿਆ ਗਿਆ ਸੀ, ਜਿਸ ਦੀਆਂ ਖਬਰਾਂ ਦੇ ਵਿੱਚ ਚਰਚੇ ਹੋਏ ਸਨ ਕਿਉਂਕਿ ਇਹ ਮੁਕਾਬਲਾ ਬਹੁਤ ਹੀ ਖਤਰਨਾਕ ਹੋਇਆ ਸੀ। ਤੇ ਨਿਤ ਦਿਨ ਹੀ ਬਾਬਾ ਮਾਨੋਚਾਲ ਜੀ ਸੁਰੱਖਿਆ ਫੋਰਸਾਂ ਦੇ ਨਾਲ ਜੂਝਦੇ ਸਨ ਤੇ ਸੁਰੱਖਿਆ ਫੋਰਸਾਂ ਦੇ ਨਾਲ ਝੜਪਾਂ ਹੁੰਦੀਆਂ ਸਨ ਤੇ ਨਿਤ ਦਿਨ ਹੀ ਬਾਬਾ ਜੀ ਨੁਕਸਾਨ ਕਰਦੇ ਤੇ ਘੇਰਾ ਤੋੜ ਕੇ ਨਿਕਲ ਜਾਂਦੇ। ਬਹੁਤ ਹੀ ਜੰਗ ਦੇ ਮੈਦਾਨ ਦੇ ਵਿੱਚ ਵੀਰਤਾ ਦੇ ਨਾਲ ਲੜਦੇ ਸਨ ਤੇ ਉਧਰ ਇਹ ਸਭ ਵੇਖ ਕੇ ਸਰਕਾਰ ਨੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਦੇ ਉੱਪਰ 40 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ। ਬਾਬਾ ਜੀ ਦੀ ਜੁਝਾਰੂ ਸਿੰਘਾਂ ਨੂੰ ਇਹ ਸਖਤ ਹਦਾਇਤ ਹੁੰਦੀ ਸੀ ਕਿ ਪ੍ਰਸ਼ਾਦਾ ਪਾਣੀ ਛਕਣ ਤੇ ਕਿਸੇ ਦੇ ਕਹੇ ਤੇ ਕਿਸੇ ਵੀ ਨਿੱਜੀ ਝਗੜੇ ਦੇ ਵਿੱਚ ਦਾਖਲ ਨਹੀਂ ਹੋਣਾ, ਕਿਉਂਕਿ ਸਿੰਘ ਲੋਕਾਂ ਦੇ ਘਰਾਂ ਦੇ ਵਿੱਚ ਠਾਹਰ ਕਰਦੇ ਸਨ ਤੇ ਜਾ ਕੇ ਪ੍ਰਸ਼ਾਦਾ ਛਕਦੇ ਸੀ। ਬਾਬਾ ਮਾਨੋਚਾਲ ਦਾ ਕਹਿਣਾ ਸੀ ਕਿ ਸਿੰਘੋ ਕਿਸੇ ਨਿਰਦੋਸ਼ ਦਾ ਖੂਨ ਨਹੀਂ ਬਹਾਉਣਾ, ਕਿਸੇ ਦੇ ਨਾਲ ਨਾ ਹੀ ਧੱਕੇਸ਼ਾਹੀ ਕਰਨੀ ਹੈ ਤੇ ਨਾ ਹੀ ਸਹਿਣੀ ਹੈ। ਸ਼ਾਸਤਰਾਂ ਦੀ ਵਰਤੋਂ ਮਜਲੂਮਾਂ ਦੀ ਰੱਖਿਆ ਤੇ ਦੁਸ਼ਟਾਂ ਦੀ ਪੱਖਿਆ ਕਰਨ ਲਈ ਕਰਨੀ ਹੈ। ਬਾਬਾ ਮਾਨੋਚਾਲ ਜੀ ਇਹ ਅਕਸਰ ਹੀ ਕਹਿੰਦੇ ਸਨ, ਅਸੀਂ ਸਿੱਖ ਕੌਮ ਦੀ ਆਜ਼ਾਦੀ ਲਈ ਲੜ ਰਹੇ ਹਾਂ ਤੇ ਆਜ਼ਾਦੀ ਲੈ ਕੇ ਹੀ ਰਹਾਂਗੇ। ਆਜ਼ਾਦੀ ਦੀ ਮੰਗ ਕਰਨਾ ਤੇ ਇਸ ਦੇ ਲਈ ਜੱਦੋ ਜਹਿਦ ਕਰਨਾ ਸਾਡਾ ਕਾਨੂੰਨੀ ਤੇ ਜਮਾਂਦਰੂ ਹੱਕ ਹੈ। ਅਸੀਂ ਕਿਸੇ ਦੀ ਆਜ਼ਾਦੀ ਖੋਣੀ ਨਹੀਂ ਚਾਹੁੰਦੇ ਤੇ ਖਾਲਸਾ ਰਾਜ ਵਿੱਚ ਹਰ ਕਿਸੇ ਨੂੰ ਆਜ਼ਾਦੀ ਲਈ ਜੂਝਣ ਤੇ ਆਜ਼ਾਦੀ ਪ੍ਰਾਪਤ ਕਰਨ ਲਈ ਪੂਰਾ ਹੱਕ ਹੋਵੇਗਾ।
ਤੇ ਅਜੇ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਅਕਸਰ YouTube ਐਨਾਲਿਸਿਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਤੁਸੀਂ ਵੀਡੀਓ ਕੇਵਲ 40 ਜਾਂ 50% ਹੀ ਵੇਖਦੇ ਹੋ, ਜਿਸ ਦੇ ਨਾਲ ਅੱਧੀ ਜਾਣਕਾਰੀ ਹੀ ਪ੍ਰਾਪਤ ਹੁੰਦੀ ਹੈ। ਹੁਣ ਦੱਸਿਆ ਜਾਵੇਗਾ ਕਿ ਬਾਬਾ ਜੀ ਕਿਵੇਂ ਰਣ ਵਿੱਚ ਜੂਝ ਕੇ ਸ਼ਹੀਦ ਹੋਏ ਸਨ। ਉਸ ਤੋਂ ਪਹਿਲਾਂ ਦੱਸ ਦਈਏ ਬਾਬਾ ਜੀ ਨੇ ਦੂਰ ਅੰਦੇਸ਼ੀ ਤੋਂ ਕੀ ਫੈਸਲਾ ਲਿਆ ਸੀ ਤੇ ਕੀ ਭਵਿੱਖਬਾਣੀ ਸੱਚੀ ਬਾਬਾ ਜੀ ਦੀ ਸਾਬਤ ਹੋਈ ਸੀ। ਸੰਨ 1999 ਦੇ ਵਿੱਚ ਬਾਬਾ ਮਾਨੋਚਾਲ ਜੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਈ ਮਨਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਿਆਸੀ ਜਥੇਬੰਦੀ ਦੇ ਤੌਰ ਤੇ ਚੋਣਾਂ ਵਿੱਚ ਪੰਥਕ ਲੀਡਰ ਖੜੇ ਕਰਨ ਲਈ ਕਿਹਾ ਤੇ ਸਪਸ਼ਟ ਐਲਾਨ ਕੀਤਾ ਕਿ ਇਹਨਾਂ ਚੋਣਾਂ 'ਚੋਂ ਜਿੱਤ ਪ੍ਰਾਪਤ ਕਰਕੇ ਲੋਕਾਂ ਨੂੰ ਖਾਲਸਾ ਰਾਜ ਦਾ ਨਕਸ਼ਾ ਵਿਖਾਉਣਾ ਹੈ ਕਿ ਸਾਡਾ ਖਾਲਸਾ ਰਾਜ ਕਿਹੋ ਜਿਹਾ ਹੋਵੇਗਾ। ਇਹਨਾਂ ਚੋਣਾਂ ਦੀ ਜਿੱਤ ਸਾਡੇ ਸੰਘਰਸ਼ ਦਾ ਪੜਾਅ ਹੋਵੇਗੀ, ਪਰ ਮੰਜ਼ਿਲ ਸਾਡੀ ਆਜ਼ਾਦ ਖਾਲਸਾ ਰਾਜ ਹੀ ਹੋਵੇਗਾ। ਪਰ ਉਸ ਸਮੇਂ ਸਭ ਤੋਂ ਵੱਡੀ ਗਲਤੀ ਸਿੰਘਾਂ ਵੱਲੋਂ ਇਹ ਹੋਈ, ਜੁਝਾਰੂ ਸਿੰਘਾਂ ਨੇ ਕੁਝ ਕਾਰਨਾਂ ਕਰਕੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਬਾਬਾ ਮਾਨੋਚਾਲ ਦੀ ਇੱਕ ਵੀ ਨਾ ਮੰਨੀ। ਤੇ ਬਾਬਾ ਮਾਨੋਚਾਲ ਜੀ ਉਸ ਸਮੇਂ ਕਹਿੰਦੇ ਰਹੇ, ਸਿੰਘੋ ਆ ਜਿਹੜੇ ਅੱਜ ਸਾਨੂੰ ਘਰਾਂ ਦੇ ਵਿੱਚ ਚਰਨ ਪਾਉਣ ਨੂੰ ਤਰਲੇ ਕਰਦੇ ਫਿਰਦੇ ਨੇ, ਜੇ ਇਹ ਰਾਜ ਭਾਗ ਤੇ ਕਾਬਜ ਹੋ ਗਏ ਤਾਂ ਇਹਨਾਂ ਬੂਹੇ ਖੜਕਾਇਆ ਵੀ ਬੂਹੇ ਖੋਲਿਆ ਨਹੀਂ ਕਰਨੇ ਤੇ ਇਹਨਾਂ ਸਾਡਾ ਖੂਨ ਪੀਣਾ ਹੈ। ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਦੀ ਭਵਿੱਖਬਾਣੀ ਸਮਾਂ ਪਾ ਕੇ ਸੱਚ ਸਾਬਤ ਹੋਈ। ਖਾੜਕੂ ਸਿੰਘਾਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦੇ ਕਾਰਨ ਸਿਰਫ 6% ਵੋਟਾਂ ਦੇ ਨਾਲ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ, ਜਿਸ ਦਾ ਮੁੱਖ ਮੰਤਰੀ ਬੇਅੰਤ ਸਿੰਘ ਬਣਿਆ। ਪੰਜਾਬ ਪੁਲਿਸ ਦੇ ਮੁਖੀ KPS ਗਿੱਲ ਤੇ ਬੇਅੰਤ ਸਿੰਘ ਦੀ ਜੋੜੀ ਨੇ ਸਿੱਖ ਤੇ ਪੱਗਾਂ ਵਾਲੇ ਹੋਣ ਦੇ ਬਾਵਜੂਦ ਸਿੱਖਾਂ ਤੇ ਉਹ ਜ਼ੁਲਮ ਢਾਹੇ ਜੋ ਸ਼ਾਇਦ ਜ਼ਕਰੀਆ ਵੀ ਢਾਹ ਨਾ ਸਕਿਆ ਹੋਇਆ ਹੋਵੇ ਤੇ ਇਹਨਾਂ ਦੋਵਾਂ ਨੇ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੂੰ ਖਤਮ ਕਰਨ ਦੀ ਨੀਤੀ ਤਿਆਰ ਕੀਤੀ। ਤਾਂ ਇਸੇ ਨੀਤੀ ਅਨੁਸਾਰ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਦੇ ਨਸ਼ਹਿਰਾ ਪੂਨੀਆਂ ਘਰ ਉੱਤੇ ਕਬਜ਼ਾ ਕਰ ਲਿਆ ਗਿਆ। ਘਰ ਦਾ ਸਾਰਾ ਸਮਾਨ ਤੇ 15 ਮੱਝਾਂ ਤੇ 4 ਭਰਾਵਾਂ ਦਾ ਵੀ ਸਭ ਕੁਝ ਚੁੱਕ ਕੇ ਲੈ ਗਏ ਤੇ ਛੋਟੇ ਭਰਾ ਨਰਵੈਰ ਸਿੰਘ ਨੂੰ ਪੁਲਿਸ ਨੇ ਫੜ ਲਿਆ। ਸਾਰਾ ਪਰਿਵਾਰ ਘਰੋਂ ਬੇਘਰ ਹੋ ਗਿਆ। ਲੋਕ ਸੇਵਕੇ ਦਿਨ ਕੱਟਣ ਲਈ ਮਜਬੂਰ ਪਰਿਵਾਰ ਨੂੰ ਕਰ ਦਿੱਤਾ ਗਿਆ। ਬਾਬਾ ਮਾਨੋਚਾਲ ਨੂੰ ਫੜਨ ਵਾਸਤੇ ਭਾਈ ਨਰਵੈਰ ਸਿੰਘ ਤੇ ਪੁਲਿਸ ਵੱਲੋਂ ਬਹੁਤ ਜ਼ੁਲਮ ਢਾਏ ਗਏ। ਭਾਈ ਸਾਹਿਬ ਦੀ ਹੱਡੀ ਤੋੜ ਦਿੱਤੀ, ਸਾਰਾ ਸਰੀਰ ਗਰਮ ਪ੍ਰਿਸਾਂ ਲਾ ਕੇ ਸਾੜ ਦਿੱਤਾ ਗਿਆ ਤੇ ਅਖੀਰ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਬਾਬਾ ਮਾਨੋਚਾਲ ਨੂੰ ਆਪਣੇ ਭਰਾ ਉੱਤੇ ਇੰਨਾ ਵਿਸ਼ਵਾਸ ਸੀ ਕਿ ਬਾਬਾ ਜੀ ਅਕਸਰ ਇਹ ਕਿਹਾ ਕਰਦੇ ਸੀ ਕਿ ਪੁਲਿਸ ਵਾਲੇ ਭਾਵੇਂ ਨਰਵੈਰ ਸਿੰਘ ਦੇ ਟੋਕੇ ਨਾਲ ਟੋਟੇ ਵੀ ਕਰਦੇ ਪਏ ਹੋਣ ਤੇ ਮੈਂ ਉਸ ਦੇ ਸਾਹਮਣੇ ਫਿਰਦਾ ਹੋਵਾਂ ਤਾਂ ਵੀ ਨਰਵੈਰ ਸਿੰਘ ਮੇਰੇ ਬਾਰੇ ਪੁਲਿਸ ਨੂੰ ਨਹੀਂ ਦੱਸੇਗਾ, ਸ਼ਹੀਦ ਭਾਵੇਂ ਹੋ ਜਾਵੇ। ਸੰਨ 1990 ਵਿੱਚ ਪੁਲਿਸ ਬਾਬਾ ਜੀ ਦੇ ਪਿਤਾ ਨੂੰ ਨਸ਼ਹਿਰਾ ਪੂਨੀਆਂ ਵਾਲੇ ਘਰ ਵਿੱਚੋਂ ਚੁੱਕ ਕੇ ਲੈ ਗਈ ਤੇ ਸਰਹਾਰੀ ਥਾਣੇ ਦੇ ਵਿੱਚ ਤਸੀਹੇ ਦਿੰਦੀ ਰਹੀ। ਬਾਅਦ ਵਿੱਚ ਸਰਦਾਰ ਆਤਮਾ ਸਿੰਘ ਨੂੰ ਪੁਲਿਸ ਨੇ ਸ਼ਹੀਦ ਕਰ ਦਿੱਤਾ। ਇਸੇ ਤਰ੍ਹਾਂ ਮਾਤਾ ਗੁਰਮੇਜ ਕੌਰ ਆਪਣੇ ਪੋਤੇ ਦੇ ਨਾਲ ਕਟੜਾ ਜੈਮਲ ਸਿੰਘ ਅੰਮ੍ਰਿਤਸਰ ਵਿੱਚ ਇੱਕ ਘਰ ਵਿੱਚ ਰਹਿੰਦੇ ਸਨ ਤੇ ਉਹਨਾਂ ਨੂੰ ਤਰਨਤਾਰਨ ਪੁਲਿਸ ਚੁੱਕ ਕੇ ਲੈ ਗਈ। ਪੋਤਾ ਰਵਿੰਦਰ ਸਿੰਘ ਇਸ ਛਾਪੇ ਤੋਂ 2 ਮਿੰਟ ਪਹਿਲਾਂ ਹੀ ਘਰੋਂ ਬਾਹਰ ਨਿਕਲਿਆ ਸੀ, ਜਿਸ ਕਾਰਨ ਉਸ ਸਮੇਂ ਉਹ ਪੁਲਿਸ ਦੇ ਕੋਲੋਂ ਬਚ ਗਿਆ। ਬਾਬਾ ਗੁਰਬਚਨ ਸਿੰਘ ਮਾਨੋਚਾਲ ਜੀ ਦੀ ਸੂਹ ਕੱਢਣ ਲਈ ਬਜ਼ੁਰਗ ਮਾਤਾ ਉੱਪਰ ਵੀ ਕਹਿਰ ਦੇ ਜ਼ੁਲਮ ਕੀਤੇ ਗਏ ਤੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਕੋਈ ਵੀ ਉਹਨਾਂ ਦੀ ਉੱਗ ਸੁਗੀ ਨਾ ਮਿਲੀ ਕਿ ਉਹ ਕਿੱਥੇ ਨੇ। ਇਸ ਤੋਂ ਬਾਅਦ ਬਾਬਾ ਮਾਨੋਚਾਲ ਜੀ ਦੇ ਚਚੇਰੇ ਭਰਾ ਭਾਈ ਕਾਰ ਸਿੰਘ ਮਾਨੋਚਾਲ, ਭਾਈ ਬਲਵਿੰਦਰ ਸਿੰਘ ਮਾਨੋਚਾਲ ਰਹਿਵਾਰੂ ਕਹਿਣ ਦੇ ਵਿੱਚ ਜੂਝਦੇ ਹੋਏ ਸ਼ਹੀਦੀਆਂ ਪਾ ਗਏ। ਹੁਣ ਦੱਸਾਂਗੇ ਕਿ ਬਾਬਾ ਜੀ ਨੇ ਕਿਵੇਂ ਬਹਾਦਰੀ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਪਾਈ ਸੀ। 28 ਫਰਵਰੀ 1993 ਨੂੰ ਬਾਬਾ ਮਾਨੋਚਾਲ ਜੀ ਭੇਸ ਬਦਲਾ ਕੇ ਸਿਰ ਤੇ ਸਾਫਾ ਬੰਨ ਕੇ ਤੇ ਗਲ ਕੁੜਤਾ ਤੇ ਤੇੜ ਚਾਦਰਾ ਪਾ ਕੇ ਤੇ ਖੇਸ ਦੀ ਬੁੱਕਲ ਮਾਰ ਕੇ ਪਿੰਡ ਰਟੋਲ ਆਪਣੀ ਠਾਹਰ ਤੇ ਪਹੁੰਚੇ। ਬਾਬਾ ਜੀ ਪੈਦਲ ਆਏ ਸਨ ਤੇ ਆਰਾਮ ਕਰਨ ਦੇ ਲਈ ਲੰਮੇ ਪੈ ਗਏ। ਹੁਣ ਸਮਾਂ 4:30 ਵਜੇ ਦਾ ਸੀ ਜਦ ਤਰਨਤਾਰਨ ਪੁਲਿਸ ਨੇ ਡੇਰੇ ਨੂੰ ਘੇਰਾ ਪਾ ਲਿਆ। ਘਰ ਵਾਲਿਆਂ ਨੇ ਬਾਬਾ ਮਾਨੋਚਾਲ ਜੀ ਨੂੰ ਦੱਸਿਆ ਕਿ ਬਾਬਾ ਜੀ ਕੋਈ ਚਾਰਾ ਕਰ ਲਵੋ, ਪੁਲਿਸ ਨੇ ਡੇਰੇ ਨੂੰ ਘੇਰ ਲਿਆ ਹੈ। ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਸ਼ਾਸਤਰਾਂ ਨੂੰ ਸੰਭਾਲ ਕੇ 4 ਚੁਫੇਰੇ ਵੇਖ ਕੇ ਪੁਲਿਸ ਨੂੰ ਲਲਕਾਰਾ ਮਾਰ ਕੇ ਕਹਿਣ ਲੱਗੇ, ਮੈਂ ਘਰ ਵਿੱਚ ਮੁਕਾਬਲਾ ਨਹੀਂ ਕਰਨਾ ਚਾਹੁੰਦਾ, ਮੈਦਾਨ ਦੇ ਵਿੱਚ ਆ ਕੇ ਹੀ ਕਰਾਂਗਾ, ਕਿਉਂਕਿ ਬਾਬਾ ਮਾਨੋਚਾਲ ਜੀ ਨਹੀਂ ਚਾਹੁੰਦੇ ਸਨ ਕਿ ਪਰਿਵਾਰ ਦਾ ਕੋਈ ਵੀ ਨੁਕਸਾਨ ਹੋਵੇ।
ਬਾਬਾ ਮਾਨੋਚਾਲ ਜੀ ਗੱਜ ਗੱਜ ਕੇ ਉਸ ਸਮੇਂ ਜੈਕਾਰੇ ਗਜਾਉਣ ਲੱਗੇ ਤੇ ਘਰੋਂ ਬਾਹਰ ਨਿਕਲ ਕੇ ਮੱਕੀ ਦੇ ਖੇਤ ਵੱਲ ਵੱਧ ਗਏ ਤਾਂ ਸੁਰੱਖਿਆ ਫੋਰਸਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਅੱਗੋਂ ਬਾਬਾ ਮਾਨੋਚਾਲ ਜੀ ਨੇ ਵੀ ਮੋੜਵਾ ਜਵਾਬ ਦਿੱਤਾ, ਪਰ ਕੋਈ ਵੀ ਮੋਰਚਾ ਨਾ ਹੋਣ ਦੇ ਕਾਰਨ ਤੇ ਦਿਨ ਦਾ ਸਮਾਂ ਹੋਣ ਕਾਰਨ ਬਾਬਾ ਜੀ ਲਾਸ਼ਾਂ ਦੇ ਢੇਰ ਵਿਛਾਉਂਦੇ ਹੋਏ ਆਪ ਹੀ ਸ਼ਹੀਦੀ ਜਾਮ ਪੀ ਗਏ। ਇਕੱਲਿਆਂ ਨੇ ਹੀ ਫੋਰਸਾਂ ਦਾ ਕਾਫੀ ਨੁਕਸਾਨ ਕੀਤਾ ਤੇ ਦਿਨ ਐਤਵਾਰ 18 ਫਰਵਰੀ 1993 ਨੂੰ